ਕਹਿੰਦਾ ਚੜ੍ਹਦਾ ਸਿਆਲ ਲੈਂਦੇ ਮੌਤ ਨਾਲ ਫੇਰੇ, ਪੰਜਾਬ ਦੇ ਕਿਸਾਨਾਂ ਲਾਏ ਦਿੱਲੀ ਵਿੱਚ ਡੇਰੇ, ਤੇ ਕਿਸਾਨ ਬੰਦਾ ਕਦੇ ਵਿਹਲਾ ਨਹੀਂ ਰਹਿੰਦਾ। ਇਹ ਗੱਲ ਘੋਲ ਕੇ ਦਿੱਲੀ ਦੇ ਕੰਨਾਂ 'ਚ ਪਾਤੀ। ਧਰਨੇ ਤੇ ਬੈਠੇ ਜੱਟਾਂ ਨੇ ਸੜਕਾਂ ਦੇ ਡਿਵਾਈਡਰਾਂ ਤੇ ਗੰਢਿਆਂ ਦੀ ਪਨੀਰੀ ਲਾਤੀ। ਇਹ ਉਹ ਕੌਮ ਆ ਜੋ ਨਾ ਧੱਕਾ ਕਰਦੇ ਆ ਤੇ ਨਾ ਧੱਕਾ ਜਰਦੇ ਆ। ਕਾਲਕੱਟ ਇਹ ਤਾਂ ਸੱਪਾਂ ਦੀਆਂ ਸਿਰੀਆਂ ਤੇ ਪੈਰ ਰੱਖ ਕੇ ਖੇਤਾਂ ਦੇ ਨੱਕੇ ਬੰਦ ਕਰਦੇ ਆ। ये अमूमन है कहा जाता है कि जी उत्थे लैंदे पंजाब तो सपोर्ट हो रही है ये वो, और इस टाइम ते तुहाडा गाना भी जिहड़ा है वो आंदा है। साडा उहनां नाल रिश्ता की है, साडी खिच क्यों पैंदी है उहनां नूं? लहिंदा ते चढ़दा पंजाब इकट्ठे ने, जिहड़ा वड्डा पुराना साझा पंजाब आ। ਅਹਿਸਾਸਾਤ ਦਾ, ਜਜ਼ਬਾਤਾਂ ਦਾ। ਮੇਰੇ ਦਾਦਾ ਜਿਹੜੇ ਸੀ ਉਹ ਇੰਡੀਆ 'ਚੋਂ ਆਏ ਸੀ। ਨੈਸ਼ਨਲ ਮੀਡੀਆ ਦੀ ਗੱਲ ਕਰੀਏ ਦੋਵਾਂ ਪਾਸਿਆਂ ਦੀ, ਉਹ ਵੀ ਇਹੀ ਚੀਜ਼ਾਂ ਵਿਖਾਉਂਦਾ। ਤੁਸੀਂ ਨੈਸ਼ਨਲ ਮੀਡੀਆ ਦਾ ਕੋਈ ਪ੍ਰੋਗਰਾਮ ਵੇਖ ਲਓ, ਉੱਥੇ ਕਿਤੇ ਨਾ ਪੰਜਾਬ ਦੀ ਗੱਲ ਕੀਤੀ ਜਾਂਦੀ ਹੈ। ਜਾਬਰ ਜ਼ਾਲਮ ਤੇ ਇਹਨਾਂ ਦਾ ਖਰੀਦਿਆ ਮੀਡੀਆ ਇਹ ਕਹਿੰਦਾ ਸੀ ਕਿਸਾਨ ਤੋਂ ਅਨਪੜ੍ਹ ਹੁੰਦੇ ਹੈ, ਤੇ ਜਦੋਂ ਇਹਨਾਂ ਦੇ ਆਈਟੀ ਸੈੱਲ ਦੀ ਬੱਸ ਕਰਾਤੀ ਨਾ ਸਾਡੇ ਮੁੰਡਿਆਂ ਨੇ। ਮੇਰੇ ਵਾਲਾ ਸਾਹਿਬ ਆਪ ਕਿਸਾਨ ਨੇ, ਹੁਣ ਤੱਕ ਮਿੱਟੀ ਨਾਲ ਮਿੱਟੀ ਹੁੰਦੇ ਆਏ ਨੇ। 6-6 ਮਹੀਨੇ ਮਿਹਨਤਾਂ ਕਰਦੇ ਨੇ, ਰਾਤ ਨੂੰ ਨਹਿਰਾਂ ਦੀਆਂ ਪਾਣੀ ਦੀਆਂ ਵਾਰੀਆਂ ਲਾਉਂਦੇ ਆ। ਅਸੀਂ ਮੈਂ ਆਪ ਕਰਦਾ ਵਾਂ ਕਿਉਂਕਿ ਜ਼ਿਮੀਂਦਾਰ ਬੰਦੇ ਆ। ਤੇ ਐਂਡ ਤੇ ਜਾ ਕੇ ਸਾਨੂੰ ਫੇਰ ਜਦੋਂ ਆੜਤੀਆਂ ਦੀ ਮਾਰ ਪੈਂਦੀ ਤੇ ਸਾਡੇ ਦਿਲ ਤੇ ਕੀ ਬੀਤਦੀ ਤੇ ਸਾਨੂੰ ਪਤਾ। ਸਾਰੀ ਜ਼ਿੰਦਗੀ ਮਿਹਨਤ ਕਰ ਕਰਕੇ ਲੋਕੀ ਕਹਿੰਦੇ ਨੇ ਨਾ ਆਪਣੇ ਵਾਸਤੇ ਕਰਦਾ, ਜੇ ਕਰੇਗਾ ਨਹੀਂ ਤੇ ਖਾਏਗਾ ਕਿੱਥੋਂ। ਯਾਰ ਮੰਨਦੇ ਆ ਅਸੀਂ ਆਪਣੇ ਵਾਸਤੇ ਕਰਦੇ ਆ, ਨਾਲ ਮੁਲਕ ਵੀ ਤੇ ਪਾਲਦੇ ਪਏ। ਸਾਡੀ ਤੇ ਹੀ ਸੋਚ ਆ ਕਿਉਂਕਿ ਸਾਡੇ ਉੱਥੇ ਭਰਾ ਬੈਠੇ ਨੇ ਕਿਸਾਨ। ਜ਼ਰੂਰੀ ਨਹੀਂ ਖੂਨ ਦਾ ਰਿਸ਼ਤਾ ਹੋਏ ਤੇ ਫੇਰ ਹੀ ਭਰਾ। ਬਾਰਡਰ ਨਾ ਹੁੰਦੇ ਤੇ ਅਸੀਂ ਤੇ ਆਪ ਧਰਨੇ ਤੇ ਚਲੇ ਜਾਣਾ। ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ, ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਪੰਜਾਬੀ ਲਹਿਰ ਹਮੇਸ਼ਾ ਹੀ ਪੰਜਾਬ ਦੀ ਸਾਂਝ, ਪੰਜਾਬ ਦੀ ਰੰਗ ਅਤੇ ਪੰਜਾਬ ਦੀਆਂ ਮਾਣਮੱਤੀਆਂ ਸ਼ਖਸੀਅਤਾਂ ਆਪ ਜੀ ਦੇ ਰੂਬਰੂ ਕਰਦੀ ਹੈ। ਇੱਕ ਐਸੀ ਹੀ ਖੂਬਸੂਰਤ ਸ਼ਖਸੀਅਤ ਅੱਜ ਸਾਡੇ ਕੋਲ ਪਹੁੰਚੀ ਹੈ, ਔਰ ਇਸੇ ਚੀਜ਼ ਦਾ ਲਾਭ ਲੈਂਦਿਆਂ ਹੋਇਆਂ ਅਸੀਂ ਤੁਹਾਨੂੰ ਮਿਲਵਾ ਰਹੇ ਹਾਂ ਵਕਾਰ ਪਿੰਡਰ ਦੇ ਨਾਲ, ਜੋ ਵੈਸੇ ਤਾਂ ਮੇਰੇ ਸ਼ਹਿਰ ਤੋਂ ਹੀ ਤਾਲੁਕ ਰੱਖਦੇ ਨੇ, ਲੇਕਿਨ ਮੇਰੇ ਵਾਸਤੇ ਮਾਣ ਦੀ ਗੱਲ ਹੈ ਕਿ ਅੱਜ ਉਹ ਸਾਡੇ ਕੋਲ ਪਹੁੰਚੇ ਨੇ। ਮੈਂ ਵੀਰ ਬਾਰੇ ਦੱਸਦਾ ਜਾਵਾਂ ਕਿ ਜਿੱਥੇ ਉਹ ਟਿਕਟੌਕ ਸਟਾਰ ਨੇ, ਉੱਥੇ ਹੀ ਇਹਨਾਂ ਦਾ ਰੀਸੈਂਟਲੀ ਇੱਕ ਗਾਣਾ ਆਇਆ ਹੈ ਪੰਜਾਬ ਦੇ ਕਿਸਾਨਾਂ ਉੱਪਰ। ਜਿਸ ਤਰ੍ਹਾਂ ਤੁਸੀਂ ਸਭ ਜਾਣਦੇ ਹੋ ਕਿ ਇਸ ਵੇਲੇ ਸਾਡੇ ਕਿਸਾਨ ਵੀਰਾਂ ਦਾ ਜੋ ਅੰਦੋਲਨ ਚੱਲ ਰਿਹਾ ਹੈ, ਸਾਡਾ ਦਿਲ ਵੀ ਜਿਹੜਾ ਹੈ ਇਸ ਵੇਲੇ ਉੱਥੇ ਹੀ ਮੌਜੂਦ ਆ, ਉਹਨਾਂ ਦੇ ਨਾਲ ਹੀ ਹੈ। ਸੋ ਬਹੁਤ ਸਾਰੀਆਂ ਫੀਲਿੰਗਸ ਉਹ ਸੌਂਗ ਕਰਕੇ ਸਾਡੇ ਇਸ ਵੀਰ ਨਾਲ ਜੁੜ ਗਈਆਂ ਨੇ। ਵੈਸੇ ਵੀ ਜਿੱਥੇ ਵੀ ਸਾਡੇ ਪੰਜਾਬੀ ਵੀਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਮੁਹੱਬਤ ਕਰਦੇ ਨੇ, ਅਸੀਂ ਉਹਨਾਂ ਕੋਲ ਪਹੁੰਚ ਜਾਂਦੇ ਹਾਂ। ਸੋ ਆਓ ਆਪਣੀ ਗੱਲ ਵੱਲ ਵਧਦੇ ਹਾਂ ਜੀ। ਵਿਕਾਸ ਪਿੰਡਰ ਸਾਹਿਬ ਕੀ ਹਾਲ ਚਾਲ ਨੇ? ਠੀਕ ਹੋ? ਸ਼ੁਕਰ ਅੱਲਾ ਦਾ, ਮੌਜਾਂ ਲੱਗੀਆਂ। ਤਬੀਅਤ ਸੇ ਠੀਕ ਜੇ? ਸਭ ਠੀਕ ਠਾਕ। ਵੈਸੇ ਤਾਂ ਤੁਸੀਂ ਮੇਰੇ ਸ਼ਹਿਰ ਤੋਂ, ਮੇਰੇ ਪਿੰਡ ਤੋਂ, ਮੇਰੀ ਸੋਹਣੀ ਧਰਤੀ ਨਨਕਾਣਾ ਸਾਹਿਬ ਦੇ ਹੋ, ਲੇਕਿਨ ਤੁਹਾਡਾ ਪਿੰਡ ਕਿਹੜਾ ਹੈ ਜੀ? ਅਸੀਂ ਗੁਜਰਾਂਵਾਲਾ ਦੇ ਹੀ 2011 ਦੇ ਵਿੱਚ ਅਸੀਂ ਨਨਕਾਣਾ ਸਾਹਿਬ ਆ ਗਏ ਸੀ। ਅੱਛਾ। ਮੋਟਰਵੇ ਦੇ ਨਾਲ ਸਾਡਾ ਡੇਰਾ, ਮਤਲਬ ਸਾਡੀ ਜ਼ਮੀਨ ਦੇ ਉੱਤੇ ਸਾਡਾ ਡੇਰਾ ਹੈ। ਜੱਟ ਤੁਹਾਨੂੰ ਪਤਾ ਜਿਵੇਂ ਜੱਟਾਂ ਦੇ ਡੇਰੇ ਹੁੰਦੇ ਨੇ, ਸ਼ਹਿਰ ਦੇ ਸ਼ੋਰ ਸ਼ਰਾਬੇ ਤੋਂ ਦੂਰ ਆਪਣੇ ਹੀ ਮੌਲ 'ਚ ਰਹਿਣਾ। ਮੌਲ 'ਚ ਰਹਿੰਦੇ ਹੋ? ਪਿੰਡ ਕਿਹੜਾ ਹੈ ਤੁਹਾਡਾ? ਮੋਟਰਵੇ ਦੇ ਨਾਲ ਖਿਆੜੇ ਕਲਾਂ ਇੰਟਰਚੇਂਜ ਲੱਗਦਾ। ਖਿਆੜੇ ਕਲਾਂ, ਠੀਕ ਹੋ ਗਿਆ। ਉਹਦੇ ਨਾਲ ਮੇਨ ਰੋਡ ਬਣਿਆ ਸਿੰਗਰ ਰੋਡ, ਬੁਚੇਕੀ ਵਾਲੀ ਸਾਈਡ ਤੇ ਜਾਂਦਾ ਤੇ ਉਧਰ ਰਸਤੇ ਦੇ ਵਿੱਚ ਖਿਆੜੇ ਕਲਾਂ ਇੰਟਰਚੇਂਜ ਤੋਂ 4 ਕਿਲੋਮੀਟਰ ਅੱਗੇ ਸਾਡਾ ਡੇਰਾ ਬਸ। ਤੇ ਗੁਜਰਾਂਵਾਲਾ 'ਚ ਕਿਹੜਾ ਤੁਹਾਡਾ ਇਲਾਕਾ ਸੀਗਾ? ਲੋਹੀਆਂ ਵਾਲਾ ਪਿੰਡ। ਲੋਹੀਆਂ ਵਾਲਾ ਪਿੰਡ। ਹਾਂਜੀ। ਤੁਸੀਂ ਨਨਕਾਣਾ ਸਾਹਿਬ ਕਦੋਂ ਮਾਈਗ੍ਰੇਟ ਹੋਏ ਹੋ? 2011 ਦੇ ਵਿੱਚ ਸਾਡੀ ਉੱਥੇ ਜ਼ਮੀਨ ਆ ਗਈ ਸੀ ਟੋਨ ਦੇ ਵਿੱਚ। ਅੱਛਾ। ਇਹ ਬਣ ਰਹੀਆਂ ਸੁਸਾਇਟੀਆਂ, ਤੇ ਅਸੀਂ ਉਦੋਂ ਇੱਧਰ ਆ ਕੇ ਮੇਰੇ ਵਾਲਾ ਸਾਹਿਬ ਨੇ ਜ਼ਮੀਨ ਖਰੀਦ ਲਈ ਕਿਉਂਕਿ ਵਾਈ ਬੀਜੀ ਕਰਦੇ ਕਿਸਾਨ ਫਾਰਮਰ। ਵੈਸੇ ਵੀ ਉੱਥੇ ਜੇ ਆਪਾਂ ਚੜ੍ਹਦੇ ਪੰਜਾਬ ਦੀ ਗੱਲ ਕਰੀਏ ਤੇ ਉੱਥੇ ਬਿਜ਼ਨਸਮੈਨਾਂ ਨੇ, ਔਰ ਲਹਿੰਦੇ ਪੰਜਾਬ ਦੀ ਗੱਲ ਕਰੀਏ ਤੇ ਟੌਨਾਂ ਨੇ, ਟੋਨਾਂ ਵਗੈਰਾ ਨੇ ਸਾਡੀਆਂ ਜ਼ਮੀਨਾਂ ਜਿਹੜੀਆਂ ਨੇ ਉਹ ਖਾ ਲਈਆਂ ਨੇ। ਵੈਸੇ ਰੀਸੈਂਟਲੀ ਜੇ ਗੱਲ ਕਰਾਂ, ਤੁਹਾਡਾ ਇੱਕ ਬਹੁਤ ਹੀ ਪਿਆਰਾ ਸੌਂਗ ਆਇਆ ਵਾ ਪੰਜਾਬ ਦੇ ਉੱਪਰ, ਮੌਜੂਦਾ ਹਾਲਾਤਾਂ ਦੇ ਉੱਪਰ ਜੋ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ। ਕਿੱਦਾਂ ਜ਼ਹਨ 'ਚ ਆਇਆ ਕਿ ਯਾਰ ਮੈਂ ਉਹਨਾਂ ਉੱਪਰ ਆਪਾਂ ਗਾਣਾ ਬਣਾਉਣਾ ਹੈ? ਇੱਦਾਂ ਸਾਡੇ ਨਾਲ ਜਿਹਨੇ ਲਿਖਿਆ ਸੀ ਉਹ ਡੇਰੇ ਵਾਲੇ ਬਾਈ। ਕੀ ਨਾਂ ਸੀ ਉਹਨਾਂ ਦਾ? ਡੇਰੇ ਵਾਲਾ। ਡੇਰੇ ਵਾਲਾ। ਅੱਛਾ। ਉਹਨਾਂ ਲਿਖਿਆ ਸੀ ਤੇ ਮੇਰੀ ਉਹਨਾਂ ਨਾਲ ਗੱਲਬਾਤ ਹੋਈ। 4 ਭਾਈ ਹੋਰ ਸਨ ਸਿੰਗਰ। ਅੱਛਾ। ਕਿਹੜੇ? ਸ਼ਹਜ਼ਾਦ ਸਿੱਧੂ ਹੋ ਗਿਆ, ਅਜਾਜ਼ ਘੁੱਗ, ਠੀਕ ਹੋ ਗਿਆ, ਮਨਸੂਰ ਚਿਸ਼ਤੀ
ਤੇ AR ਵੱਟੂ ਸਾਹਿਬ। AR ਵੱਟੂ ਸਾਹਿਬ, ਹਾਂਜੀ। ਇਹ ਸਾਰੇ ਸਿੰਗਰ ਜਿਹੜੇ ਜਿਨ੍ਹਾਂ ਨੇ ਗਾਇਆ ਵਾ ਉਹਦੇ ਵਿੱਚ ਸਾਰੇ perform ਮੇਰੇ ਜੱਟ ਭਰਾ ਕਿਸਾਨ ਬੰਦੇ। ਅੱਛਾ ਇੱਕ ਗੱਲ ਮੈਨੂੰ ਬਹੁਤ ਵਧੀਆ ਲੱਗੀ ਇਸ ਗਾਣੇ ਦੇ ਵਿੱਚ, ਤੁਸੀਂ ਸਾਰੇ ਹੀ ਨੌਜਵਾਨ ਮੁੰਡੇ ਹੋ। ਹਾਂਜੀ, ਤੇ ਅਸੀਂ ਮਿਲੇ ਵੀ ਮਤਲਬ ਇੱਕ ਟੀਮ ਦੀ ਤਰ੍ਹਾਂ ਸੀ। ਲੈਦਾ ਡੇਰੇ ਵਾਲੇ ਬਾਈ ਦਾ ਸਾਡੇ ਨਾਲ ਰਾਬਤਾ ਸੀ, ਉਹਨਾਂ ਸਾਨੂੰ ਸਾਰਿਆਂ ਨੂੰ ਇੱਕ ਕੀਤਾ। ਅੱਛਾ। ਮਤਲਬ ਸਾਡੀ ਟੀਮ ਬਣਾਉਣ ਵਾਲੇ ਉਹ ਨੇ ਡੇਰੇ ਵਾਲੇ ਬਾਈ ਜੀ ਨਾਲ ਲਿਖਿਆ, ਜਿਨ੍ਹਾਂ ਨੇ ਲਿਖਿਆ ਵਾ। ਹਾਂਜੀ। ਵੈਰੀ ਗੁੱਡ। ਮੇਰਾ ਇਹਨਾਂ ਨਾਲ ਰਾਬਤਾ ਹੋਇਆ ਤੇ ਉਹ ਕਹਿੰਦੇ ਕਰਨਾ। ਮੈਂ ਮੇਰੇ ਵਾਲਾ ਸਾਹਿਬ ਆਪ ਕਿਸਾਨ ਨੇ, ਹੁਣ ਤੱਕ ਮਿੱਟੀ ਨਾਲ ਮਿੱਟੀ ਹੁੰਦੇ ਆਏ ਨੇ। 6-6 ਮਹੀਨੇ ਮਿਹਨਤਾਂ ਕਰਦੇ ਨੇ, ਰਾਤ ਨੂੰ ਨਹਿਰਾਂ ਦੀਆਂ ਪਾਣੀ ਦੀਆਂ ਵਾਰੀਆਂ ਲਾਉਂਦੇ ਆ ਅਸੀਂ। ਮੈਂ ਆਪ ਕਰਦਾ ਵਾਂ ਕਿਉਂਕਿ ਜ਼ਿਮੀਂਦਾਰ ਬੰਦੇ ਆ। ਤੇ ਐਂਡ ਤੇ ਜਾ ਕੇ ਸਾਨੂੰ ਫੇਰ ਜਦੋਂ ਆੜਤੀਆਂ ਦੀ ਮਾਰ ਪੈਂਦੀ ਤੇ ਸਾਡੇ ਦਿਲ ਤੇ ਕੀ ਬੀਤਦੀ ਤੇ ਸਾਨੂੰ ਪਤਾ। ਸਾਨੂੰ ਇੱਕ ਕਿਸਾਨ ਹੀ ਜਾਣਦਾ। ਹਾਂਜੀ, ਕਿਸਾਨ ਹੀ ਜਾਣਦਾ। ਠੀਕ ਹੋ ਗਿਆ। ਮਤਲਬ ਆਪਣੀ ਸਾਰੀ ਜ਼ਿੰਦਗੀ ਮਿਹਨਤ ਕਰਕੇ ਲੋਕੀ ਕਹਿੰਦੇ ਨੇ ਨਾ ਆਪਣੇ ਵਾਸਤੇ ਕਰਦਾ, ਜੇ ਕਰੇਗਾ ਨਹੀਂ ਤੇ ਖਾਏਗਾ ਕਿੱਥੋਂ। ਯਾਰ ਮੰਨਦੇ ਆ ਅਸੀਂ ਆਪਣੇ ਵਾਸਤੇ ਕਰਦੇ ਆ, ਨਾਲ ਮੁਲਕ ਵੀ ਤੇ ਪਾਲਦੇ ਪਏ। ਹਾਂ, ਪੂਰੇ ਮੁਲਕ ਦਾ ਅੰਨਦਾਤੇ ਆ। ਹਾਂਜੀ। ਤੇ ਵੀਰੇ ਵੈਸੇ ਅਮੂਮਨ ਇਹ ਸਵਾਲ ਕੀਤਾ ਜਾਂਦਾ ਹੈ ਇੰਡੀਆ ਦੇ ਵਿੱਚ ਵੀ, ਜੇ ਆਪਾਂ ਆਮ ਪ੍ਰੋਗਰਾਮਸ ਦੇ ਵਿੱਚ ਗੱਲਬਾਤ ਕਰਦੇ ਆ ਤੇ ਅਮੂਮਨ ਇਹ ਕਿਹਾ ਜਾਂਦਾ ਹੈ ਕਿ ਜੀ ਉਹ ਉੱਥੇ ਲਹਿੰਦੇ ਪੰਜਾਬ ਤੋਂ ਸਪੋਰਟ ਹੋ ਰਹੀ ਹੈ ਇਹ ਉਹ, ਔਰ ਇਸ ਟਾਈਮ ਤੇ ਤੁਹਾਡਾ ਗਾਣਾ ਵੀ ਜਿਹੜਾ ਹੈ ਉਹ ਆਂਦਾ ਹੈ। ਸਾਡਾ ਉਹਨਾਂ ਨਾਲ ਰਿਸ਼ਤਾ ਕੀ ਹੈ? ਸਾਡੀ ਖਿੱਚ ਕਿਉਂ ਪੈਂਦੀ ਹੈ ਉਹਨਾਂ ਨੂੰ? ਵਜ੍ਹਾ ਕੀ ਹੈ? ਰਿਸ਼ਤਾ ਅਹਿਸਾਸਾਤ ਦਾ, ਜਜ਼ਬਾਤਾਂ ਦਾ। ਮੇਰੇ ਦਾਦਾ ਜਿਹੜੇ ਸੀ ਉਹ ਇੰਡੀਆ ਚੋਂ ਆਏ ਸੀ। ਅੱਛਾ, ਤੁਹਾਡੇ ਦਾਦਾ ਜੀ ਦਾ ਕੀ ਨਾਂ ਸੀਗਾ? ਬਸ਼ੀਰ। ਨਜ਼ੀਰ ਤੇ ਬਸ਼ੀਰ ਦੋ ਭਰਾ ਸੀ। ਨਜ਼ੀਰ ਮੇਰਾ ਦਾਦਾ ਸੀ ਤੇ ਜਿਹੜਾ ਬਸ਼ੀਰ ਸੀ ਉਹ ਵੀ ਦਾਦਾ ਹੀ ਲੱਗਦਾ ਸੀ, ਉਹਦਾ ਭਾਈ ਸੀ। ਇੰਡੀਆ ਤੋਂ ਆਏ ਸੀ। 19 ਸਾਲ ਇਹਨਾਂ ਦੀ ਉਮਰ ਸੀ, ਚੜ੍ਹਦੀ ਜਵਾਨੀ ਚ ਆਏ ਸੀ, ਬਚਪਨ ਉੱਥੇ ਗੁਜ਼ਾਰ ਕੇ ਆਏ ਸੀ। ਸਾਨੂੰ ਗੱਲਾਂ ਸੁਣਾਉਂਦੇ ਹੁੰਦੇ ਸੀ ਆਪਣੇ ਯਾਰਾਂ ਬੇਲੀਆਂ ਦੀਆਂ, ਸਾਡੇ ਯਾਰ ਹੋਏ। ਫਿਰ ਰਾਹ 'ਚ ਜਿਹੜੇ ਉਹਨਾਂ ਨਾਲ ਹਾਦਸਾਤ ਹੋਏ, ਜ਼ੁਲਮ ਹੋਏ, ਉਹ ਸਾਰੀਆਂ ਕਹਾਣੀਆਂ ਸੁਣਾਉਂਦੇ ਸੀ। ਤੁਹਾਡਾ ਪਿੰਡ ਕਿਹੜਾ ਸੀ ਉੱਥੇ ਚੜ੍ਹਦੇ ਪੰਜਾਬ 'ਚ? ਪਿੰਡ ਮੁੱਤੋਂ ਸਾਡਾ। ਮੁੱਤੋਂ? ਹਾਂਜੀ। ਜ਼ਿਲ੍ਹਾ ਲੁਧਿਆਣਾ, ਤਹਿਸੀਲ ਖੰਨਾ ਤੇ ਥਾਣਾ ਵੀ ਖੰਨਾ ਹੀ ਲੱਗਦਾ ਸੀ। ਇਹ ਸਾਰੀਆਂ ਗੱਲਾਂ ਕਿੰਨੇ ਤੁਹਾਨੂੰ ਦੱਸੀਆਂ? ਦਾਦੇ ਸਾਡੇ ਨੇ। ਦਾਦੇ ਨੇ ਦੱਸੀਆਂ। ਦਾਦਾ ਜੀ ਜਾਂਦਿਆਂ ਤੁਹਾਨੂੰ ਚੜ੍ਹਦੇ ਪੰਜਾਬ ਨਾਲ ਜੋੜ ਗਏ? ਹਾਂਜੀ, ਜੋੜ ਗਏ ਨੇ। ਕਦੀ ਜ਼ਿੰਦਗੀ 'ਚ ਦਾਦਾ ਜੀ ਦੇ ਜ਼ਿਹਨ 'ਚ ਇਹ ਖਿਆਲ ਆਇਆ ਕਿ ਯਾਰ ਕਿਉਂ ਨਾ ਉੱਥੇ ਗੇੜਾ? ਬਹੁਤ ਦਫਾ ਖਿਆਲ ਆਇਆ ਸੀ। ਉਹ ਕਹਿੰਦੇ ਮੇਰਾ ਹਲੇ ਵੀ ਦਿਲ ਕਰਦਾ ਕਿ ਕਿਹੜੀ ਘੜੀ ਹੋਏ ਮੈਂ ਉੱਥੇ ਚਲਾ ਜਾਵਾਂ ਆਪਣੇ ਯਾਰਾਂ ਕੋਲ, ਯਾਰਾਂ ਬੇਲੀਆਂ ਕੋਲ, ਆਪਣਾ ਘਰ ਜਾ ਕੇ ਵੇਖਾਂ। ਦੱਸਦੇ ਹੁੰਦੇ ਸੀ ਇੰਜ ਨੁਕਰਾਂ ਗਲੀਆਂ ਮੁੜ ਕੇ, ਜਿਵੇਂ ਪਿੰਡਾਂ ਦੇ ਵਿੱਚ ਗਲੀਆਂ ਬਣੀਆਂ ਹੁੰਦੀਆਂ, ਉੱਥੇ ਸਾਡਾ ਘਰ ਸੀ। ਅੱਛਾ। ਗੱਲਾਂ ਸੁਣਾਉਣੀਆਂ ਸੀ, ਖੇਲਦੇ ਹੁੰਦੇ ਸੀ ਯਾਰਾਂ ਨਾਲ, ਕੋਈ ਕੰਮ ਨਾ ਕਰਨਾ, ਵੇਲੇ ਬਹਿਣਾ, ਬਾਪੂ ਦੀਆਂ ਗਾਲਾਂ ਖਾਣੀਆਂ। ਬਈ ਉਹ ਦਿਨ ਯਾਦ ਹੁੰਦੇ ਨੇ ਬੜੇ। ਸਹੀ ਹੋ ਗਿਆ। ਤੇ ਕਦੀ ਲਾਈਫ ਦੇ ਵਿੱਚ ਦੁਬਾਰਾ ਉਹਨਾਂ ਦਾ ਚੱਕਰ ਨਹੀਂ ਲੱਗਾ? ਤੇ ਦੁਨੀਆ ਤੋਂ ਪਰਦਾ ਕਦੋਂ ਕਰ ਗਏ ਹੋ? ਤਕਰੀਬਨ 10 ਸਾਲ ਹੋ ਗਏ ਨੇ। 10 ਸਾਲ ਹੋ ਗਏ ਪੂਰੇ ਹੋਏ ਤੋਂ। ਹਾਂਜੀ। ਅੱਛਾ, ਤੁਸੀਂ ਟਿਕਟੌਕ ਵੀ ਬਣਾਉਂਦੇ ਹੋ? ਹਾਂਜੀ। ਠੀਕ ਹੈ। ਸਭ ਤੋਂ ਵਧੀਆ ਗੱਲ ਇਹਨਾਂ ਦੀ ਇਹ ਹੈ ਟਿਕਟੌਕ ਦੇ ਵਿੱਚ ਕਿ ਪਿਓਰ ਇਹਨਾਂ ਦੀਆਂ ਪੰਜਾਬੀ ਵੀਡੀਓਜ਼ ਹੁੰਦੀਆਂ ਨੇ, ਔਰ ਸਭ ਤੋਂ ਆਪਣੇ ਹੀ ਕੰਮ ਨੂੰ ਇਹਨਾਂ ਨੇ ਪੈਸ਼ਨ ਬਣਾ ਲਿਆ, ਔਰ ਉਹਨੂੰ ਹੀ ਆਮ ਚੀਜ਼ਾਂ ਨੂੰ ਹੀ ਵਿਖਾਉਂਦੇ। ਅਮੂਮਨ ਆਪਾਂ ਵੇਖਦੇ ਹਾਂ ਕਿ ਇੱਥੇ ਚੱਕਵੀਆਂ ਚੀਜ਼ਾਂ ਜ਼ਿਆਦਾ ਵਿਖਾਉਣ ਨੂੰ, ਚੱਕਵੀਆਂ ਚੀਜ਼ਾਂ ਜ਼ਿਆਦਾ ਪ੍ਰਮੋਟ ਕੀਤੀਆਂ ਜਾਂਦੀਆਂ ਨੇ, ਲੇਕਿਨ ਇਹਨਾਂ ਨੇ ਆਮ ਪਿੰਡ ਤੋਂ ਸਟਾਰਟ ਕੀਤਾ। ਕਿੱਦਾਂ ਟਿਕਟੌਕ 'ਚ ਕਿੱਦਾਂ ਪੈਰ ਰੱਖਿਆ? ਕੋਈ ਜ਼ੇਨ ਹੈ ਸੀ ਕਿ ਮੈਂ ਸਟਾਰ ਬਣਨਾ ਹੈ, ਜਾਂ ਵੈਸੇ ਹੀ ਰੱਬ ਵੱਲੋਂ ਹੀ? ਨਹੀਂ ਜੀ, ਇਹ ਉਸ ਮਾਲਕ ਦੀ ਮਰਜ਼ੀ ਹੈ। ਮੈਂ ਮਾਰਚ ਦੇ ਵਿੱਚ ਟਿਕਟੌਕ ਸਟਾਰਟ ਕੀਤੀ ਸੀ, ਮਾਰਚ ਦੇ ਐਂਡ ਦੇ 27 ਤਰੀਕ ਨੂੰ। ਮੈਨੂੰ ਨਹੀਂ ਸੀ ਪਤਾ ਇੰਜ ਹੋਏਗਾ। ਸਾਡੀਆਂ ਕਣਕਾਂ ਪੱਕੀਆਂ ਸੀ ਤੇ ਬਾਰਿਸ਼ ਪੈ ਰਹੀ ਸੀ। ਅੱਛਾ। ਮੈਂ ਛੱਤ ਤੇ ਚੜ੍ਹ ਕੇ ਮੋਬਾਈਲ ਲੈ ਕੇ ਚੜ੍ਹਿਆ ਤੇ ਮੈਂ ਵੇਖਿਆ ਬਾਰਿਸ਼ ਨਾਲ ਪੱਕੀਆਂ ਕਣਕਾਂ। ਜਦੋਂ ਮੀਂਹ ਪੈ ਗਿਆ, ਤੁਹਾਨੂੰ ਪਤਾ ਸਾਡੀ 6 ਮਹੀਨੇ ਦੀ ਫਸਲ ਹੈ। ਆਹੋ। ਫਸਲ ਤਬਾਹ ਹੁੰਦੀ ਹੋਈ ਅੱਖਾਂ ਦੇ ਸਾਹਮਣੇ, ਸਾਡੇ ਦਿਲਾਂ ਤੇ ਕੀ ਬੀਤਣੀ। ਆਪਾਂ ਸ਼ਹਿਰ 'ਚ ਇੰਜੋਏ ਕਰਦੇ ਹਾਂ ਜਦੋਂ ਬਾਰਿਸ਼ ਹੋ ਰਹੀ ਹੈ, ਰੋਮਾਂਟਿਕ ਮੌਸਮ, ਫੀਲਿੰਗ ਹੈਪੀ ਤੇ ਇਹ ਉਹ ਲੱਗੀਆਂ ਹੁੰਦੀਆਂ। ਤੇ ਮੈਂ ਉਦੋਂ ਉੱਥੇ ਵੀਡੀਓ ਬਣਾਈ ਸੀ ਕਿ ਜਦੋਂ ਬਾਰਿਸ਼ ਪੈਂਦੀ ਹੈ ਪੱਕੀਆਂ ਫਸਲਾਂ ਤੇ ਸਾਡੇ ਜੱਟਾਂ ਦੇ ਜ਼ਿਮੀਂਦਾਰਾਂ ਦੇ ਦਿਲਾਂ ਤੇ ਕੀ ਬੀਤਦੀ ਏ। ਇਹ ਸ਼ਹਿਰ ਵਾਲੇ ਰੋਮਾਂਟਿਕ ਮੌਸਮ ਕਹਿਣ ਵਾਲੇ ਕੀ ਜਾਣ। ਉਹ ਮੇਰੀ ਵੀਡੀਓ ਨੂੰ ਤਕਰੀਬਨ 3-4 ਘੰਟਿਆਂ 'ਚ 2 ਮਿਲੀਅਨ ਵਿਊ ਹੋ ਗਏ। ਅੱਛਾ, ਪਹਿਲੀ ਵੀਡੀਓ? ਤੀਸਰੀ ਵੀਡੀਓ ਸੀ। ਉਸ ਤੋਂ 2 ਵੀਡੀਓ ਪਹਿਲਾਂ ਮੈਂ ਬਣਾਈਆਂ ਸੀ। ਵੈਸੇ ਜਦੋਂ ਮੈਂ ਗੁਜਰਾਂਵਾਲੇ ਕਦੀ ਜਾਂਦਾ ਹਾਂ, ਮੁੰਡਿਆਂ ਨਾਲ ਜਿਮ 'ਚ ਗਿਆ ਸੀ। ਅੱਛਾ। ਜਿਮ 'ਚ ਬਣਾਈਆਂ ਸੀ, ਉੱਥੇ ਕਿਸੇ ਦੇਖਿਆ ਵੀ ਨਹੀਂ ਸੀ। ਅੱਛਾ। ਤੇ ਉਹ ਤੀਸਰੀ ਵੀਡੀਓ ਸੀ, 3 ਮਹੀਨੇ ਬਾਅਦ ਪੋਸਟ ਕੀਤੀ ਸੀ ਮੈਂ। ਮਤਲਬ 2019 ਦੇ ਵਿੱਚ 12ਵੇਂ ਮਹੀਨੇ ਮੈਂ ਟਿਕਟੌਕ ਇੰਸਟਾਲ ਕੀਤਾ ਸੀ। ਉਦੋਂ 2 ਵੀਡੀਓ ਲਾਈਆਂ ਸੀ ਤੇ ਫਿਰ ਉਸ ਤੋਂ ਬਾਅਦ ਮਾਰਚ ਦੇ ਮਹੀਨੇ 2020 ਚ ਵੀਡੀਓ ਲਗਾਈ ਸੀ। 27 ਉਹ ਵੀਡੀਓ ਵਾਇਰਲ ਹੋ ਗਈ। ਫਿਰ ਉਸ ਤੋਂ ਬਾਅਦ ਮੈਂ ਆਪਣੇ ਕੰਮ ਦੇ ਮੁਤਲਕ ਵੀਡੀਓ ਬਣਾਉਣ ਲੱਗ ਗਿਆ। ਜਿਹੜਾ ਕੰਮ ਕਰਦਾ ਹੋਣਾ ਵੀਡੀਓ ਬਣਾ ਦੇਣੀ। ਬੜੇ ਬੰਦਿਆਂ ਮੈਨੂੰ ਗੱਲਾਂ ਕੀਤੀਆਂ, ਯਾਰ ਤੂੰ ਕੀ ਚੰਗੜ ਜਿਹਾ ਬਣ ਕੇ ਗੰਦੇ ਕੱਪੜੇ ਪਾ ਕੇ ਵੀਡੀਓ ਬਣਾਉਂਦਾ। ਅੱਛਾ। ਇੰਜ ਮੈਂ ਲੁਕ ਕੇ ਵੀਡੀਓ ਬਣਾਉਂਦਾ ਹੁੰਦਾ ਸੀ। ਅੱਛਾ। ਕਿ ਕੋਈ ਵੇਖ ਲੇਗਾ ਤੇ ਕੀ ਕਹੇਗਾ, ਕੀ ਆਖੇਗਾ। ਹਾਂ। ਤੇ ਜਦੋਂ ਬਣ ਜਾਂਦੀ ਸੀ ਫਿਰ ਉਦੋਂ ਕੋਈ ਨਹੀਂ ਟੈਨਸ਼ਨ ਹੁੰਦੀ ਸੀ, ਕਿਉਂਕਿ ਉਹਨੇ ਹੀ ਵੇਖਣੀ, ਉੱਠ ਕੇ ਚਲੇ ਜਾਈਦਾ ਸੀ। ਹੁਣ ਮੇਰਾ ਖਿਆਲ ਹੈ 3 ਮਿਲੀਅਨ
ਤੁਹਾਡੇ ਵੇਖਣ ਵਾਲੇ ਜਿਹੜੇ? 2.6 ਹਾਂ ਹਾਂਜੀ 3 ਮਿਲੀਅਨ ਤੁਸੀਂ ਕਹਿ ਸਕਦੇ ਹੋ। ਰਿਆਕਾਰੀ ਚ ਬੰਦਾ ਉਹਦੇ ਚ ਅਦਾਕਾਰੀ ਚ ਕਿੰਨੀ ਕੁ ਦੇਰ ਜੀ ਲੇਗਾ, ਹਾਂ ਕਿੰਨੀ ਕੁ ਦੇਰ ਕਿਸੇ ਦੇ ਸਾਹਮਣੇ ਕੋਈ ਅਦਾਕਾਰੀ ਕਰ ਲੇ। ਇਸ ਤੋਂ ਬਿਹਤਰ ਇਹ ਨਹੀਂ ਕਿ ਆਪਣਾ ਸਾਦਾਪਨ ਚ ਲਗੇ ਫਿਰ ਉਹ ਕਿਸੇ ਨੂੰ ਅਦਾਕਾਰੀ ਕਰਕੇ ਤਾਂ ਇੰਨਾ ਵਹਾਣੀ ਪੈਂਦੀ। ਵੈਸੇ ਗਾਣਾ ਤੁਹਾਡਾ ਰਿਲੀਜ਼ ਹੋ ਚੁੱਕਿਆ ਹੈ, ਕਿਸੇ ਨੇ ਤੁਹਾਨੂੰ ਲਹਿੰਦੇ ਪੰਜਾਬ ਤੋਂ ਐ ਤੇ ਨਹੀਂ ਆਖਿਆ ਕਿ ਯਾਰ ਇਹ ਤੁਸੀਂ ਕੀ ਕੰਮ ਕੀਤਾ, ਸਾਡਾ ਉਹਦੇ ਨਾਲ ਕੀ ਰਿਸ਼ਤਾ ਇੰਡੀਆ ਨਾਲ, ਜਾਂ ਸਾਡਾ ਚੜ੍ਹਦੇ ਪੰਜਾਬ ਨਾਲ ਕੀ ਰਿਸ਼ਤਾ, ਜਾਂ ਆਮ ਆਪਾਂ ਕਿਤਾਬਾਂ 'ਚ ਪੜ੍ਹਦੇ ਵੀ ਹਾਂ ਕਿ ਉਹ ਸਾਡੇ ਦੁਸ਼ਮਣ ਆ, ਜਾਂ ਅਸੀਂ ਵੀ ਇਹੀ ਕੁਛ ਪੜ੍ਹਾਉਂਦੇ ਆ, ਉਹ ਵੀ ਉਹੀ ਕੁਛ ਪੜ੍ਹਾਉਂਦੇ ਆ, ਜਾਂ ਮੀਡੀਆ ਦੇ ਵਿੱਚ ਜੇ ਆਪਾਂ ਨੈਸ਼ਨਲ ਮੀਡੀਆ ਦੀ ਗੱਲ ਕਰੀਏ ਦੋਵਾਂ ਪਾਸਿਆਂ ਦੀ, ਉਹ ਵੀ ਇਹੀ ਚੀਜ਼ਾਂ ਵਿਖਾਉਂਦਾ। ਤੁਸੀਂ ਨੈਸ਼ਨਲ ਮੀਡੀਆ ਦਾ ਕੋਈ ਪ੍ਰੋਗਰਾਮ ਵੇਖ ਲਓ, ਉੱਥੇ ਕਿਤੇ ਨਾ ਪੰਜਾਬ ਦੀ ਗੱਲ ਕੀਤੀ ਜਾਂਦੀ ਹੈ, ਨਾ ਤੁਹਾਡੇ ਵਰਗੇ ਵੀਰ ਜਿਹੜੀ ਪੰਜਾਬੀਅਤ ਨੂੰ ਵਿਖਾਉਂਦੇ ਆ ਉਹਨੂੰ ਪ੍ਰਮੋਟ ਕਰਦੇ ਆ, ਨਾ ਉਹਨਾਂ ਵਾਸਤੇ ਕੋਈ ਪਲੇਟਫਾਰਮ ਹੈ। ਤੁਹਾਡਾ ਗਾਣਾ ਜੇ ਵੇਖ ਲਈਏ ਤਾਂ ਇੱਕ ਛੋਟੇ ਜਿਹੇ YouTube ਚੈਨਲ ਨੇ ਉਹਨੂੰ ਲਾਂਚ ਕੀਤਾ ਹੈ, ਕੋਈ ਨੈਸ਼ਨਲ ਮੀਡੀਆ ਵੱਲੋਂ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ। ਵੈਸੇ ਤੁਸੀਂ ਜੇ ਮੈਂ ਮੁੱਦੇ ਵਾਲੀ ਗੱਲ ਆਵਾਂ ਕਿ ਕਿਸੇ ਨੇ ਤੁਹਾਨੂੰ ਹੇਟ ਦੀਆਂ ਗੱਲਾਂ, ਨਫ਼ਰਤ ਭਰੀਆਂ ਗੱਲਾਂ ਤੇ ਨਹੀਂ ਕੀਤੀਆਂ ਤੁਹਾਡੇ ਗਾਣੇ ਨੂੰ ਲੈ ਕੇ? ਨਹੀਂ, ਸਾਡੇ ਗਾਣੇ 'ਚ ਕਿਸੇ ਨੇ ਐਸੀ ਗੱਲ ਨਹੀਂ ਕੀਤੀ, ਨਾ ਲਹਿੰਦੇ ਪੰਜਾਬ ਵੱਲੋਂ ਨਾ ਚੜ੍ਹਦੇ ਪੰਜਾਬ ਵੱਲੋਂ। ਸਾਡਾ ਗਾਣਾ ਲਾਹੌਰੀ ਰੈਕਟ ਤੋਂ ਆਇਆ ਸੀ, ਮਤਲਬ 5-6 ਹਜ਼ਾਰ ਸਬਸਕ੍ਰਾਈਬਰ ਸੀ ਉਹਦੇ ਤੇ। ਅੱਛਾ, ਮਾਸ਼ਾਅੱਲਾ ਹੁਣ ਉਹ ਤੇ ਸਬਸਕ੍ਰਾਈਬਰ ਵੀ ਠੀਕ ਹੋ ਗਏ ਨੇ। ਲਾਹੌਰੀ ਚੈਨਲ ਤੋਂ ਸਾਡਾ ਜਦੋਂ ਗਾਣਾ ਆਇਆ, ਇੰਡੀਆ ਦੇ ਵਿੱਚ ਸਾਡਾ ਗਾਣਾ ਕੈਨੇਡਾ 'ਚ ਸਰਦਾਰ ਭਾਈ ਰਹਿੰਦੇ ਨੇ, ਆਸਟ੍ਰੇਲੀਆ ਦੇ ਵਿੱਚ, ਮਤਲਬ ਇੰਸਟਾਗ੍ਰਾਮ ਤੇ ਉਹਨਾਂ ਨਾਲ ਸਾਡੇ ਰਾਬਤੇ ਵਗੈਰਾ ਨੇ। ਅੱਛਾ, ਕਿਉਂਕਿ ਇੰਡੀਆ 'ਚ ਤਾਂ ਟਿਕਟੋਕ ਚੱਲਦੀ ਨਹੀਂ ਹੁਣ, ਬਾਹਰ ਕੈਨੇਡਾ ਵਾਲੇ ਤੇ ਆਸਟ੍ਰੇਲੀਆ ਵਾਲੇ ਸਾਡੀਆਂ ਵੀਡੀਓ ਵੇਖਦੇ ਨੇ। ਅੱਛਾ, ਤੇ ਯਕੀਨ ਮੰਨੋ ਬਹੁਤ ਪਿਆਰ ਕਰਦੇ ਨੇ, ਕਿਉਂਕਿ ਉਹ ਪੰਜਾਬ ਦੇ ਨਾਲ ਰਿਲੇਟਡ ਨੇ। ਮੇਰੀ ਵੀਡੀਓ ਸਾਰੀਆਂ ਪੰਜਾਬੀ 'ਚ ਹੁੰਦੀਆਂ, ਹਾਂਜੀ, ਇਸ ਕਰਕੇ ਉਹਨਾਂ ਗਾਣਾ ਮੇਰਾ ਬਹੁਤ ਸੁਣਿਆ ਤੇ ਮੈਨੂੰ ਉਹ ਹੀ ਦੱਸਦੇ ਨੇ ਕਿ ਤੁਹਾਡਾ ਗਾਣਾ ਇੰਡੀਆ 'ਚ ਰਿਪੀਟ ਤੇ ਚੱਲ ਰਿਹਾ। ਅੱਛਾ, ਬਹੁਤ ਖੁਸ਼ੀ ਹੁੰਦੀ ਹੈ ਜਦੋਂ ਗਾਣਾ ਮੈਂ ਆਪ ਹੀ ਸੁਣਾ, ਦੁਬਾਰਾ ਲੂੰ ਕੰਡੇ ਖੜੇ ਹੋਣ ਲੱਗ। ਇੰਡੀਆ ਦੇ ਕੋ ਇੰਦਰ ਕੌਰ ਨੇ, ਸਟਾਰ ਨੇ ਉਹ, ਅੱਛਾ, ਉਹਨਾਂ ਮੇਰੀ ਇੰਸਟਾ ਤੇ ਸਟੋਰੀ ਵੀ ਲਾਈ ਸੀ ਗਾਣੇ ਦੀ। ਯਕੀਨ ਮੰਨੋ ਬਹੁਤ ਖੁਸ਼ੀ ਹੋਈ ਹੈ ਅੱਛਾ, ਕਿ ਯਾਰ ਸਾਨੂੰ ਕੋਈ ਸਪੋਰਟ ਕਰਨ ਵਾਲਾ ਤੇ ਹੈ ਨਾ। ਮੂੰਹ ਤੋਂ ਨਹੀਂ ਕਹਿ ਸਕਦੇ ਪਰ ਬੰਦੇ ਦੇ ਕੁਝ ਇਸ਼ਾਰੇ ਤੇ ਦੱਸ ਹੀ ਦਿੰਦੇ ਨੇ ਕਿ ਅਸੀਂ ਤੁਹਾਡੇ ਨਾਲ। ਨਵ ਦੁਲਾਰ ਭਾਈ ਨੇ, ਉਹ ਜਿਨ੍ਹਾਂ ਦਾ ਚਿੱਟਾ 2 Song ਆਏ, ਉਹਨਾਂ ਵੀ ਸਾਡੀ ਸਟੋਰੀ ਲਗਾਈ। ਅੱਛਾ, ਹਾਂਜੀ, ਬਹੁਤ ਖੁਸ਼ੀ ਹੋਈ ਹੈ, ਬਹੁਤ ਪਿਆਰ ਮਿਲਿਆ ਸਾਨੂੰ ਇਸ ਤੇ ਵੈਸੇ ਘਰੋਂ ਤੇ ਇਸ ਚੀਜ਼ ਦੀ ਮਨਾਹੀ ਨਹੀਂ ਸੀਗੀ ਕਿ ਯਾਰ ਤੁਸੀਂ ਇੰਡੀਆ ਵਾਸਤੇ ਜਾਂ ਉੱਥੇ ਦੇ ਲੋਕਾਂ ਵਾਸਤੇ ਤੁਸੀਂ ਬਣਾ ਰਹੇ ਹੋ, ਵੀਡੀਓ ਬਣਾ ਰਹੇ ਹੋ? ਕੋਈ ਇਸ ਤਰ੍ਹਾਂ ਦੀ ਪਾਬੰਦੀ ਤੇ ਨਹੀਂ ਸੀ ਘਰ ਵਾਲਿਆਂ ਦੀ? ਮਤਲਬ ਅਸੀਂ ਉੱਥੇ ਦੇ ਲੋਕਾਂ ਵਾਸਤੇ ਨਹੀਂ, ਅਸੀਂ ਉੱਥੇ ਦੇ ਕਿਸਾਨਾਂ ਵਾਸਤੇ ਬਣਾ ਰਹੇ ਹਾਂ। ਸਾਡੇ ਵਾਲਾ ਸਾਹਿਬ ਇੱਕ ਕਿਸਾਨ ਨੇ, ਉਹ ਦਰਦ ਸਮਝ ਸਕਦੇ ਨੇ। ਅੱਛਾ, ਵੈਸੇ ਇਸੇ ਗੱਲ ਨੂੰ ਮੈਂ ਗੱਲ ਦੇ ਨਾਲ ਜੋੜਦਾ। ਮੈਨੂੰ ਪਤਾ ਲੱਗਾ ਕਿ ਜਦੋਂ ਤੁਹਾਡੇ ਦਾਦੇ ਹੁਣੀ ਆ ਰਹੇ ਸੀਗੇ ਤੇ ਰਸਤੇ ਦੇ ਵਿੱਚ ਕੋਈ ਕਤਲੋ-ਗਾਰਤ ਵੀ ਹੋਈ ਸੀ। ਹਾਂਜੀ, ਬਹੁਤ ਜ਼ਿਆਦਾ 47 ਵੇਲੇ ਬਹੁਤ ਲੋਕਾਂ ਦਾ ਨੁਕਸਾਨ ਹੋਇਆ ਸੀ, ਜਾਨੀ ਮਾਲੀ ਨੁਕਸਾਨ। ਤੁਹਾਡੇ ਦਾਦਾ ਜੀ ਦੇ ਕੋਈ ਭਰਾ? ਹਾਂਜੀ, ਉੱਥੇ ਡੈਥ ਹੋਈ ਸੀ ਉਹਨਾਂ ਦੀ ਰਸਤੇ ਦੇ ਵਿੱਚ ਮਾਰ ਦਿੱਤਾ ਗਿਆ ਸੀ, ਜਾਂ ਜੋ ਵਬਾ ਫੈਲੀ ਸੀ ਮਾਰ ਦਿੱਤੇ ਗਏ ਸੀ। ਇਸ ਗੱਲ ਨੂੰ ਲੈ ਕੇ ਦਾਦਾ ਜੀ ਦੇ ਦਿਲ 'ਚ ਕੋਈ ਨਫ਼ਰਤ ਤੇ ਨਹੀਂ ਸੀ, ਜਾਂ ਤੁਹਾਡੇ ਘਰ ਦੇ ਵਿੱਚ ਕੋਈ ਨਫ਼ਰਤ ਤੇ ਨਹੀਂ ਇਸ ਗੱਲ ਦੀ ਸੀਗੀ ਕਿ ਯਾਰ ਸਾਡੇ ਤੇ ਭਰਾ, ਸਾਡੇ ਤੇ ਆਪਣੇ ਟੱਬਰ ਦੇ ਜੀ ਮਾਰਤੇ? ਮਤਲਬ ਉਹ ਲੋਕ ਬਹੁਤ ਡਰ ਜੇ ਗਏ ਸੀ, ਕਿਉਂਕਿ ਹੁਣ ਇੱਕ ਜਗ੍ਹਾ ਤੋਂ ਆਪਣਾ ਆਪ ਲੁਟਾ ਕੇ, ਜ਼ਲੀਲ ਕਰਾ ਕੇ, ਸਭ ਕੁਝ ਖਵਾ ਕੇ ਆਣਾ, ਤੇ ਅੱਗੋਂ ਆ ਕੇ ਨਵੀਂ ਜਗ੍ਹਾ ਕਿਸੇ ਉਂਝ ਦੇ ਲੋਕਾਂ 'ਚ ਬਹਿਣਾ ਜਿਹੜੇ ਤੁਹਾਨੂੰ ਖੌਫ ਦਿਖਾਣ। ਤੁਸੀਂ ਕਿਤੇ ਵੀ ਨਵੀਂ ਜਗ੍ਹਾ ਜਾਂਦੇ ਹੋ, ਉੱਥੇ ਜਾ ਕੇ ਆਪਣਾ ਆਪ ਬੜਾ ਮੁਸ਼ਕਲ ਹੋ ਜਾਂਦਾ ਗੁਜ਼ਾਰਾ ਕਰਨਾ। ਮੇਰੀ ਜਿਹੜੀ ਪੜਦਾਦੀ ਸੀ, ਉਹਦੇ 2 ਪੁੱਤਰ ਹੀ ਪੁੱਤਰ ਸਨ। ਅੱਛਾ, ਭੈਣ ਮਤਲਬ ਉਹਨਾਂ ਦੀ ਹੈ ਸੀ ਇੱਕ। ਅੱਛਾ, ਤੇ ਬੰਦੇ ਡਰ ਜੇ ਜਾਂਦੇ ਨੇ ਕਿ ਅਸੀਂ ਪਿੱਛੋਂ ਵੀ ਆਪਣਾ ਸਭ ਕੁਝ ਗਵਾਏ ਆ, ਜੇ ਹੁਣ ਇੱਥੇ ਕਿਸੇ ਨਾਲ ਲੜਾਈ ਹੋ ਪਈ ਜਾਂ ਕਿਤੇ ਜਾਣਾ ਪੈ ਗਿਆ ਤੇ ਅੱਗੇ ਅਸੀਂ ਕਿੱਥੇ ਜਾਵਾਂਗੇ? ਉਹ ਇਸ ਵਜ੍ਹਾ ਤੋਂ ਉਹਨਾਂ ਆਪਣੀ ਸਾਰੀ ਜ਼ਿੰਦਗੀ ਬੜੀ ਆਜਜ਼ੀ 'ਚ ਕੱਟੀ ਆ, ਚੁੱਪ ਕਰਕੇ ਆਪਣੇ ਕੰਮ ਨਾਲ ਕੰਮ ਰੱਖਣਾ। ਸਹੀ ਹੋ ਗਿਆ। ਹਾਂਜੀ, ਤੇ ਵੈਸੇ ਜੇ ਮੈਂ ਤੁਹਾਡੇ ਟਿਕਟੌਕ ਦੇ ਉਹਦੇ ਉੱਪਰ ਆਵਾਂ ਤੇ ਕੋਈ ਆਫਰਾਂ ਹੁੰਦੀਆਂ ਨੇ ਹੁਣ ਕਿ ਨਹੀਂ, ਕਿ ਕੋਈ ਗਾਣੇ ਸ਼ਾਣੇ ਦੀ, ਕੋਈ ਫਿਲਮ ਦੀ, ਕੋਈ ਡਰਾਮੇ ਦੀ, ਕੋਈ ਆਫਰ ਆਈ ਹੁਣ ਤੱਕ ਕਰਕੇ? ਕੋਈ ਨਹੀਂ। ਮਤਲਬ ਤੁਹਾਨੂੰ ਪਤਾ ਹੀ ਹੈ, ਜਿਵੇਂ ਦੀ ਮੈਂ ਟਿਕਟੌਕ ਵੀਡੀਓ ਬਣਾਉਂਦਾ ਪੰਜਾਬੀ, ਵੈਸੇ ਮੋਡਲਿੰਗ ਵਗੈਰਾ ਦੀ ਹੋਈ ਹੈ, ਉਹਦੇ 'ਚ ਹਲੇ ਮੇਰਾ ਨਹੀਂ ਦਿਲ ਮੰਨਦਾ, ਤੇ ਪੰਜਾਬੀ ਗਾਣੇ ਅਸੀਂ ਇਨਸ਼ਾਅੱਲਾ ਅੱਗੋਂ ਕਰਾਂਗੇ। ਅੱਛਾ, ਉਹ ਤੇ ਆਪਾਂ ਜ਼ਰੂਰ ਪੰਜਾਬੀ ਲਹਿਰ ਦੇ ਪਲੇਟਫਾਰਮ ਤੋਂ ਵੀ ਆਪਾਂ ਸ਼ੁਰੂ ਕਰਾਂਗੇ। ਲੇਕਿਨ ਵੈਸੇ ਆਪਣਾ ਫਿਊਚਰ ਪਲਾਨ ਤੁਹਾਡਾ ਹੁਣ ਕੀ ਹੈਗਾ? ਸਿੰਗਿੰਗ ਕਰਨੀ ਹੈ ਜਾਂ ਸਿੰਗਿੰਗ ਕਰਨੀ ਹੈ ਇਨਸ਼ਾਅੱਲਾ? ਅੱਛਾ, ਲੇਕਿਨ ਪਾਕਿਸਤਾਨ ਦੇ ਵਿੱਚ ਜੇ ਮੈਂ ਲਹਿੰਦੇ ਪੰਜਾਬ ਦੀ ਗੱਲ ਕਰਾਂ, ਇੱਥੇ ਬਹੁਤ ਪਲੇਟਫਾਰਮ ਬਹੁਤ ਘੱਟ ਹੈ, ਖਾਸ ਕਰਕੇ ਪੰਜਾਬੀਆਂ ਵਾਸਤੇ। ਜੇ ਆਪਾਂ ਉਰਦੂ 'ਚ ਗਾਈਏ ਤੇ ਪਲੇਟਫਾਰਮ ਤੇ ਬਹੁਤ ਹੈ, ਲੇਕਿਨ ਜਦੋਂ ਆਪਾਂ ਪੰਜਾਬੀ 'ਚ ਗਾਉਂਦੇ ਹਾਂ ਤੇ ਉਹ ਲੋਕ ਇਹ ਸਮਝਦੇ ਆ ਕਿ ਪਤਾ ਨਹੀਂ ਹੈ ਇੱਕ ਆਮ ਜਿਹੜੇ ਪੈਂਚਰ ਲਾਉਣ ਵਾਲੇ ਲੋਕਾਂ ਦੀ ਜ਼ੁਬਾਨ ਹੈ, ਜਾਂ
ਕਿਸੇ ਵੀ ਤੁਸੀਂ ਵੱਡੇ ਪ੍ਰੋਗਰਾਮ 'ਚ ਚਲੇ ਜਾਓ, ਉੱਥੇ ਇਹੀ ਦੱਸਿਆ ਜਾਂਦਾ ਕਿ ਜਿਹਨੂੰ ਇੰਗਲਿਸ਼ ਆਉਂਦੀ ਹੈ, ਜਿਹਨੂੰ ਵਧੀਆ ਉਰਦੂ ਆਉਂਦੀ ਹੈ, ਉਹ ਇੱਕ ਪੜ੍ਹਿਆ ਲਿਖਿਆ ਹੈ, ਲੇਕਿਨ ਜਿਹੜਾ ਇੱਕ ਪੰਜਾਬੀ ਹੈ ਉਹਨੂੰ ਪੜ੍ਹਿਆ ਲਿਖਿਆ ਨਹੀਂ ਸਮਝਿਆ ਜਾ ਸਕਦਾ। ਐ ਨਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਇੱਕ ਮੈਂ ਬੰਦਾ ਗੱਲ ਦੱਸਦਾ ਪਿਆ ਸੀ, ਨਾ ਹੀ ਮੈਨੂੰ ਉਸ ਬੰਦੇ ਦਾ ਪਤਾ ਕਿਹਦੀ ਗੱਲ ਦੱਸਦਾ ਪਿਆ। ਉਹ ਕਹਿੰਦਾ ਇੱਕ ਬੰਦਾ ਸੀ, ਮਤਲਬ ਠੀਕ ਠਾਕ ਪਰਸਨੈਲਿਟੀ ਸੀ ਉਹਦੀ, ਉਹਨੇ ਧੋਤੀ ਪਾਈ ਤੇ ਕਿਸੇ ਫਾਰਮ ਦੇ ਵਿੱਚ ਨਾ ਟਰੈਕਟਰ ਤੇ ਲਾਨ ਚਲਾ ਗਿਆ ਤੇ ਅੰਦਰ ਇੱਕ ਲੇਡੀਜ਼ ਨੇ ਉਹਨੂੰ ਡੱਕਿਆ, ਕੋਈ ਕਾਉ ਫਾਰਮ ਸੀ ਕਿ ਬਾਬਾ ਜੀ ਇੱਥੇ ਧੋਤੀ ਪਾ ਕੇ ਜਾਣਾ ਅਲਾਉਡ ਨਹੀਂ। ਤੇ ਉਹ ਬੰਦਾ ਪੜ੍ਹਿਆ ਲਿਖਿਆ ਸੀ ਪਰ ਪੰਜਾਬੀ ਸੀ। ਉਹਨੇ ਕਿਹਾ ਇੱਥੇ ਮੈਨੂੰ ਦਿਖਾ ਕਿੱਥੇ ਲਿਖਿਆ ਧੋਤੀ ਪਾ ਕੇ ਬੰਦਰ ਅੰਦਰ ਨਹੀਂ ਆ ਸਕਦਾ। ਤੇ ਕਹਿੰਦੀ ਤੁਸੀਂ ਧੋਤੀ ਪਾਈ ਆ, ਤੁਸੀਂ ਪੜ੍ਹੇ ਲਿਖੇ ਹੋ। ਕਹਿੰਦਾ ਧੋਤੀ ਦਾ ਪੜ੍ਹੇ ਲਿਖੇ ਨਾਲ ਕੀ ਤਾਲੁਕ ਹੈ? ਬਿਲਕੁਲ ਹਕੀਕਤ, ਅਸੀਂ ਪੰਜਾਬੀ ਆ ਤੇ ਸਾਡਾ ਕਲਚਰ ਹੈ, ਸਾਡੀ ਸਕਾਫਤ ਹੈ। ਸਹੀ ਹੋ ਗਿਆ। ਹੁਣ ਆਮ ਜੇ ਪਿੰਡ ਤੋਂ ਉੱਠ ਕੇ ਤੁਸੀਂ ਆਏ ਹੋ, ਤੁਸੀਂ ਕੀ ਸੋਚਦੇ ਹੋ ਦੋਵਾਂ ਪੰਜਾਬਾਂ ਦੇ ਵਿਚਕਾਰ ਜਿਹੜੀ ਤਾਰ ਬਣੀ ਹੋਈ ਹੈ? ਜਿੱਦਾਂ ਮੈਂ ਤੁਹਾਨੂੰ ਥੋੜੀ ਜਿਹੀ ਐਕਸਪਲੇਨ ਕਰ ਦਿੰਦਾ। ਅੱਜ ਦੇ ਦਿਨ ਇੰਡੀਆ ਦੇ ਵਿੱਚ ਅਦਰਕ ਦੀ ਕਿਲੋ ਦੀ ਕੀਮਤ 40 ਰੁਪਏ ਹੈ ਤੇ ਸਾਡੇ ਵਾਲੇ ਪਾਸੇ 1000 ਰੁਪਏ ਨੂੰ ਵਿਕਣ ਲੱਗੀ, ਠੀਕ ਹੈ। ਤੇ ਜੇ ਇਹ ਬਾਰਡਰ ਖੋਲ ਦਿੱਤੇ ਜਾਣ, ਠੀਕ ਹੈ, ਜਿਹੜੀ ਚੀਜ਼ ਉਹਨਾਂ ਦੀ ਉੱਥੇ ਬਹੁਤ ਘੱਟ ਪੈਸਿਆਂ 'ਚ ਗੱਲ ਸੜ ਰਹੀ ਹੈ, ਹਾਂ, ਤੇ ਉਹ ਇੱਥੇ ਚੰਗੀ ਭਲੀ ਕੀਮਤ 'ਚ ਵੇਚ ਸਕਦੀ। ਦੋਵਾਂ ਪੰਜਾਬਾਂ ਦਾ ਫਾਇਦਾ ਵਾ ਨਾ, ਬਹੁਤ ਜ਼ਿਆਦਾ ਫਾਇਦਾ। ਇੱਧਰ ਉਹਨਾਂ ਸਸਤਾ ਹੋਈਏਗਾ। ਹਾਂਜੀ, ਮਤਲਬ ਸਾਨੂੰ ਐਸੀਆਂ ਚੀਜ਼ਾਂ ਜਿਹੜੀਆਂ ਵਿੱਚ ਫ੍ਰੀ ਲੱਭਣ ਵਾਲਾ ਹਿਸਾਬ ਹੋਈਏਗਾ। ਬਿਲਕੁਲ ਫ੍ਰੀ ਲੱਭਣਾ। ਵਿੱਚ ਐਸੇ ਲੋਕ ਨੇ ਜਿਹੜਾ ਬੰਦਾ ਕੁਛ ਅੱਜ ਕੱਲ ਮੁਲਕ ਦੇ ਜਿਵੇਂ ਹਾਲਾਤ ਨੇ, ਕਰੋਨਾ ਦੀ ਵਬਾ ਕਰਕੇ ਬਹੁਤ ਹਾਲਾਤ ਖਰਾਬ ਹੋਏ ਨੇ। ਮਾੜੇ ਬੰਦੇ ਆ ਅਦਰਕ ਥੋਮ ਤੇ ਪਿਆਜ਼ ਉਂਜੀ ਪਾਣਾ ਛੱਡ ਗਏ ਨੇ ਜਿੰਨੀਆਂ ਜਦੋਂ ਦਾ ਬਾਰਡਰ ਬੰਦੇ ਆ। ਆਹੋ, ਐਡਾ ਮਹਿੰਗਾ ਉਹਨਾਂ ਕਿੱਥੋਂ ਲੈ ਕੇ ਪਾਣਾ? ਆਮ ਲੋਕਾਂ ਵਾਸਤੇ ਮੁਸ਼ਕਲ ਹੋ ਜਾਂਦੀ, ਬਹੁਤ ਜ਼ਿਆਦਾ ਮੁਸ਼ਕਲ ਹੋ ਗਈ ਹੈ। ਤੁਹਾਡੇ ਕੋਲ ਆਖਰੀ ਸਵਾਲ ਕਿ ਜੋ ਇੰਡੀਆ ਔਰ ਪਾਕਿਸਤਾਨ ਦੇ ਵਿਚਕਾਰ ਜੋ ਮੌਜੂਦਾ ਹਾਲਾਤ ਨੇ, ਵੈਸੇ ਤਾਂ ਹੁਣ ਹਾਲਾਤ ਵਧੀਆ ਵਾਲੇ ਪਾਸੇ ਜਾ ਰਹੇ ਨੇ, ਕਰਤਾਰਪੁਰ ਕੋਰੀਡੋਰ ਵੀ ਖੁੱਲ ਚੁੱਕਾ ਹੈ, ਲੇਕਿਨ ਵੈਸੇ ਜੋ ਹਾਲਾਤ ਨੇ, ਜੋ ਆਮ ਲੋਕਾਂ ਦੀ ਸੋਚ ਹੈ, ਉਹਨੂੰ ਆਪਾਂ ਕਿਸ ਤਰ੍ਹਾਂ ਚੇਂਜ ਕਰ ਸਕਦੇ ਹਾਂ? ਮਤਲਬ ਸਾਡੀ ਤੇ ਹੀ ਸੋਚ ਹੈ, ਕਿਉਂਕਿ ਸਾਡੇ ਉੱਥੇ ਭਰਾ ਬੈਠੇ ਨੇ ਕਿਸਾਨ। ਜ਼ਰੂਰੀ ਨਹੀਂ ਖੂਨ ਦਾ ਰਿਸ਼ਤਾ ਹੋਇਆ ਤੇ ਫੇਰ ਹੀ ਭਰਾ, ਜਜ਼ਬਾਤਾਂ ਦਾ ਅਹਿਸਾਸ ਦਾ ਵੀ ਹੁੰਦਾ। ਇਹ ਬਾਰਡਰ ਨਾ ਹੁੰਦੇ ਤੇ ਅਸੀਂ ਤੇ ਆਪ ਧਰਨੇ ਤੇ ਚਲੇ ਜਾਣਾ ਸੀ। ਆਹਾ, ਵੀਰ ਜੀ ਅਗਰ ਦੋ ਅਲਫਾਜ਼ ਉਹਦੇ ਜਿਹੜੇ ਸਟਾਰਟ 'ਚ ਤੁਸੀਂ ਬੋਲੇ ਨੇ ਉਹ ਅਗਰ ਸੁਣਾ ਦਿਓ। ਕਹਿੰਦਾ ਚੜ੍ਹਦਾ ਸਿਆਲ ਲੈਂਦੇ ਮੌਤ ਨਾਲ ਫੇਰੇ, ਪੰਜਾਬ ਦੇ ਕਿਸਾਨਾਂ ਲਾਏ ਦਿੱਲੀ ਵਿੱਚ ਡੇਰੇ, ਤੇ ਕਿਸਾਨ ਬੰਦਾ ਕਦੇ ਵਿਹਲਾ ਨਹੀਂ ਰਹਿੰਦਾ। ਇਹ ਗੱਲ ਘੋਲ ਕੇ ਦਿੱਲੀ ਦੇ ਕੰਨਾਂ 'ਚ ਪਾਤੀ। ਧਰਨੇ ਤੇ ਬੈਠੇ ਜੱਟਾਂ ਨੇ ਸੜਕਾਂ ਦੇ ਡਿਵਾਈਡਰਾਂ ਤੇ ਗੰਢਿਆਂ ਦੀ ਪਨੀਰੀ ਲਾਤੀ। ਇਹ ਉਹ ਕੌਮ ਆ ਜੋ ਨਾ ਧੱਕਾ ਕਰਦੇ ਆ ਤੇ ਨਾ ਧੱਕਾ ਜਰਦੇ ਆ। ਕਾਲਕੱਟ ਇਹ ਤਾਂ ਸੱਪਾਂ ਦੀਆਂ ਸਿਰੀਆਂ ਤੇ ਪੈਰ ਰੱਖ ਕੇ ਖੇਤਾਂ ਦੇ ਨੱਕੇ ਬੰਦ ਕਰਦੇ ਆ। ਦੋਵਾਂ ਪੰਜਾਬ ਦਾ ਇੱਕ ਐਸਾ ਰਿਸ਼ਤਾ ਹੈ ਸਾਡਾ ਜੋ ਲਾਈਫ ਟਾਈਮ ਪੂਰੀ ਜ਼ਿੰਦਗੀ ਖਤਮ ਨਹੀਂ ਹੋ ਸਕਦਾ। ਉਹੀ ਫੀਲਿੰਗਸ ਨੇ ਜੋ ਇੱਕ ਚੜ੍ਹਦੇ ਪੰਜਾਬ ਦਾ ਬੰਦਾ ਜਦੋਂ ਤਰਸਦਾ ਹੈ ਨਨਕਾਣਾ ਸਾਹਿਬ ਵਾਸਤੇ, ਔਰ ਅਸੀਂ ਤਰਸਦੇ ਹਾਂ ਹਰਿਮੰਦਰ ਸਾਹਿਬ 'ਚ ਮੱਥਾ ਟੇਕਣ ਵਾਸਤੇ। ਬਹੁਤ ਸਾਰੇ ਐਸੇ ਲੋਕ ਨੇ ਜੋ ਤਰਸਦੇ ਨੇ ਆਪਣੇ ਪਿੰਡਾਂ ਲਈ। ਇਹ ਉਹੀ ਤੜਪ ਆ ਸਾਡੀ ਉਹਨਾਂ ਕਿਸਾਨਾਂ ਦੇ ਨਾਲ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ, ਇਸ ਤਰ੍ਹਾਂ ਦੀਆਂ ਗੱਲਬਾਤ ਜਿਹੜੀ ਹੈ ਉਹ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਮਿਲਦੇ ਹਾਂ ਕਿਸੇ ਹੋਰ ਥਾਂ ਕੋਈ ਹੋਰ ਸੋਹਣੀ ਕਹਾਣੀ ਲੈ ਕੇ। ਰੱਬ ਰੱਖੇ।